ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸ਼ਬਦ ਸਰੂਪ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰੂ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕਿਰਪਾ ਕੀਤੀ ਹੈ। ਸਤ ਸੰਗਤ ਰੂਪ ਵਿੱਚ ਗੁਰੂ ਮਹਾਰਾਜ ਦੇ ਪਾਵਨ ਹਜ਼ੂਰ ਸੱਜ ਕੇ ਬੜੇ ਅਦਬ ਨਾਲ ਆਪ ਜੀ ਨੇ ਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਸਰਵਣ ਕਰਦਿਆਂ ਹੋਇਆਂ ਗੁਰਬਾਣੀ ਦਾ ਉਪਦੇਸ਼ ਰੂਪ ਵਿੱਚ ਲਾਹਾ ਪ੍ਰਾਪਤ ਕੀਤਾ ਹੈ। ਰੋਜ਼ਾਨਾ ਦੇ ਇਹਨਾਂ ਦੀਵਾਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਵਿੱਚੋਂ ਭਗਤ ਨਾਮਦੇਵ ਸਾਹਿਬ ਮਹਾਰਾਜ ਦੇ ਉਚਾਰਨ ਕੀਤੇ ਹੋਏ ਪਾਵਨ ਸ਼ਬਦਾਂ ਦੀ ਲੜੀਵਾਰ ਵਿਚਾਰ ਸਤਿਗੁਰਾਂ ਦੇ ਉਪਦੇਸ਼ ਨੂੰ ਸਮਝਣ ਦਾ ਆਪਾਂ ਰਲ ਮਿਲ ਕੇ ਯਤਨ ਕਰਦੇ ਹਾਂ। ਸਤਿਗੁਰੂ ਜੀ ਦੀ ਪਾਵਨ ਬਾਣੀ ਵਿੱਚੋਂ ਜਿਸ ਪਾਵਨ ਸ਼ਬਦ ਦਾ ਪਾਠ ਆਪ ਜੀ ਨੇ ਹੁਣੇ ਹੀ ਸਰਵਣ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 1252 ਉੱਪਰ ਰਾਗ ਸਾਰੰਗ ਦੇ ਵਿੱਚ ਭਗਤ ਨਾਮਦੇਵ ਸਾਹਿਬ ਜੀ ਦੇ ਜਿਹੜੇ 3 ਸ਼ਬਦ ਹਨ, ਉਹਨਾਂ ਵਿੱਚੋਂ ਇਹ ਦੂਸਰਾ ਸ਼ਬਦ ਹੈ। ਸ਼ਬਦ ਦੇ ਥੋੜਾ ਜਿਹਾ ਮੂਲ ਭਾਵ ਨੂੰ ਸਮਝ ਲਈਏ ਤਾਂ ਕਿ ਭਗਤ ਜੀ ਵੱਲੋਂ ਪ੍ਰਗਟ ਕੀਤੇ ਹੋਏ ਖਿਆਲ ਜਿਹੜੇ ਹਨ ਉਹ ਸਾਨੂੰ ਥੋੜੇ ਸਹਿਲੇ ਔਰ ਸੌਖੇ ਸਮਝ ਵਿੱਚ ਆ ਜਾਣ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸਾਰੇ ਹੀ ਮਹਾਂਪੁਰਖਾਂ ਨੇ ਇੱਕ ਜ਼ਬਾਨ ਇੱਕ ਰਸ ਹੋ ਕੇ ਇਸ ਗੱਲ ਉੱਤੇ ਮੋਹਰ ਲਾਈ ਹੈ, ਪਰਮੇਸ਼ਰ ਅਕਾਲ ਪੁਰਖ ਨਿਰੰਕਾਰ ਉਹ ਪਰਿਪੂਰਨ ਪਰਮਾਤਮਾ ਆਪਣੀ ਕੁਦਰਤ ਵਿੱਚ ਰਮਿਆ ਹੋਇਆ ਹੈ। ਉਸ ਦਾ ਟਿਕਾਣਾ ਕਿੱਥੇ ਹੈ? ਉਸ ਦੀ ਕੁਦਰਤ ਵਿੱਚ, ਉਸ ਦੀ ਰਚਨਾ ਵਿੱਚ, ਉਸ ਦੀ ਕ੍ਰੀਏਸ਼ਨ ਵਿੱਚ। ਉਹ ਇਸ ਕੁਦਰਤ ਤੋਂ ਵੱਖਰਾ ਨਹੀਂ ਹੈ, ਕੁਦਰਤ ਦੇ ਵਿੱਚ ਹੀ ਮੌਜੂਦ ਹੈ। ਹੁਕਮ ਰੂਪ ਹੋ ਕੇ, ਜੋਤ ਰੂਪ ਹੋ ਕੇ, ਸੱਤਾ ਰੂਪ ਹੋ ਕੇ ਉਹ ਆਪ ਹੀ ਆਪਣੇ ਪਸਾਰੇ ਦੇ ਵਿੱਚ ਵਿਦਮਾਨ ਹੈ। ਇਸ ਗੱਲ ਦੀ ਵਿਆਖਿਆ ਮੰਗਲਾਚਰਨ ਵਿੱਚ 2 ਅਹਿਮ ਜੋ ਅਸੀਂ ਸਤਿਗੁਰਾਂ ਦੇ ਵਾਕ ਪੜ੍ਹਦੇ ਹਾਂ, ਇੱਕ ਓੰਕਾਰ, ਇਹ ਪਰਮੇਸ਼ਰ ਇੱਕ ਹੈ, ਇੱਕ ਰਸ ਵਿਆਪਕ ਹੈ, ਵਿਆਪਕ। ਤੇ ਦੂਜਾ ਅਸੀਂ ਪੜ੍ਹਦੇ ਹਾਂ ਕਰਤਾ ਪੁਰਖ। ਕਰਤਾ ਦਾ ਮਤਲਬ ਹੈ ਕ੍ਰੀਏਟਰ, ਪੈਦਾ ਕਰਨ ਵਾਲਾ, ਤੇ ਪੁਰਖ ਦਾ ਮਤਲਬ ਹੈ ਵਿਆਪਕ। ਆਪਣੀ ਰਚਨਾ, ਆਪਣੀ ਕ੍ਰੀਏਸ਼ਨ, ਆਪਣੀ ਸਿਰਜਣਾ ਦੇ ਵਿੱਚ ਜੋ ਮੌਜੂਦ ਹੈ ਉਹ ਕਰਤਾ ਪੁਰਖ ਹੈ। ਇਸ ਦੇ ਨਾਲ ਹੀ ਇੱਕ ਹੋਰ ਨੁਕਤਾ ਜਿਹੜਾ ਬਾਣੀ ਦੇ ਵਿੱਚ ਭਗਤ ਨਾਮਦੇਵ ਸਾਹਿਬ ਜੀ ਦੀ ਬਾਣੀ ਆਪਾਂ ਵਿਚਾਰ ਰਹੇ ਹਾਂ, ਤੇ ਉਹਨਾਂ ਦੇ ਸ਼ਬਦਾਂ ਵਿੱਚੋਂ ਹੀ ਇੱਕ ਸ਼ਬਦ ਆਪਾਂ ਹੋਰ ਲੈ ਲਈਏ, ਆਪਾਂ ਅੱਗੇ ਵਿਚਾਰਿਆ, ਏਕ ਅਨੇਕ ਵਿਆਪਕ ਪੂਰਕ ਜਤ ਦੇਖਾਂ ਤਤ ਸੋਈ, ਮਾਇਆ ਚਿੱਤਰ ਬਚਿੱਤਰ ਵਿਮੋਹਿਤ ਬਿਰਲਾ ਬੂਝੈ ਕੋਈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਇੱਕ ਹੋਰ ਸ਼ਬਦ ਆਪਾਂ ਵਿਚਾਰਿਆ ਸੀ, ਈਬੈ ਬੀਠੁਲ ਊਬੈ ਬੀਠੁਲ, ਬੀਠਲ ਬਿਨ ਸੰਸਾਰ ਨਹੀਂ, ਥਾਨ ਥਨੰਤਰ ਨਾਮਾ ਪ੍ਰਣਵੈ ਪੂਰ ਰਹਿਓ ਤੂੰ ਸਰਬਮਈ। ਇਹ ਖਿਆਲ ਉਹਨਾਂ ਨੇ ਬੜੀ ਆਪਣੇ ਸ਼ਬਦਾਂ ਵਿੱਚ, ਆਪਣੀ ਬਾਣੀ ਵਿੱਚ ਬਹੁਤ ਥਾਈਂ ਦੁਹਰਾਇਆ, ਕਿਤੇ ਇੱਕ ਥਾਂ ਨਹੀਂ ਆਇਆ। ਭਗਤ ਨਾਮਦੇਵ ਸਾਹਿਬ ਨੇ ਬਹੁਤੀ ਵਾਰ ਦੁਹਰਾਇਆ। ਇਸ ਤੋਂ ਪਹਿਲਾਂ ਆਪਾਂ ਭਗਤ ਰਵਿਦਾਸ ਸਾਹਿਬ ਮਹਾਰਾਜ ਦੀ ਬਾਣੀ ਨੂੰ ਵਿਚਾਰਿਆ ਹੈ, ਤੇ ਉਹਨਾਂ ਦੀ ਬਾਣੀ ਵਿੱਚ ਆਪਾਂ ਇਹ ਪੜ੍ਹਿਆ ਹੈ ਜਿੱਥੇ ਉਹਨਾਂ ਨੇ ਲਿਖਿਆ ਹੈ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਕਿ ਵਾਹਿਗੁਰੂ, ਜਦੋਂ ਮੈਂ ਤੇਰੇ ਵੱਲ ਧਿਆਨ ਕਰਦਾ ਕਿ ਤੂੰ ਇੱਕ ਸੱਤਾ ਹੈ ਜਿਹਨੇ ਸੰਸਾਰ ਪੈਦਾ ਕੀਤਾ ਹੈ, ਮੈਨੂੰ ਪੈਦਾ ਕੀਤਾ ਹੈ, ਸਾਰੇ ਜਹਾਨ ਨੂੰ ਪੈਦਾ ਕੀਤਾ ਹੈ,
ਤੇ ਦੂਜਾ ਮੈਂ ਤੇਰੀ ਪੈਦਾਇਸ਼ ਨੂੰ ਵੇਖਦਾ, ਜੋ ਤੂੰ ਪੈਦਾ ਕੀਤਾ ਹੈ। ਇਹ ਰੂਪ ਹਨ, ਰੰਗ ਹਨ, ਆਕਾਰ ਹਨ, ਵੱਖਰੇ ਵੱਖਰੇ ਢਾਂਚੇ ਨੇ, ਸਟਰਕਚਰ ਨੇ ਸਰੀਰਾਂ ਦੇ। ਮੈਂ ਖੁਦ ਨੂੰ ਹੀ ਜਦੋਂ ਵੇਖਦਾ ਤੇ ਮੈਂ ਮਹਿਸੂਸ ਕਰਦਾ ਵੀ ਮੇਰੇ ਤੇ ਤੇਰੇ ਵਿੱਚ ਵਿੱਥ ਕੀ ਹੈ, ਫਰਕ ਕੀ ਹੈ, ਉਹ ਕਿਹੜੀ ਚੀਜ਼ ਹੈ ਜਿਹਦਾ ਕਰਕੇ ਮੈਨੂੰ ਭਰਮ ਪੈਦਾ ਹੁੰਦਾ ਵੀ ਮੈਂ ਪਰਮੇਸ਼ਰ ਤੋਂ ਕੋਈ ਵੱਖਰੀ ਹਸਤੀ ਹਾਂ, ਜਾਂ ਪਰਮੇਸ਼ਰ ਮੇਰੇ ਤੋਂ ਕੋਈ ਵੱਖਰੀ ਹਸਤੀ ਹੈ, ਜਾਂ ਇਹ ਜੋ ਦਿਸਦਾ ਪਸਾਰਾ ਇਹ ਕੋਈ ਹੋਰ ਚੀਜ਼ ਹੈ ਤੇ ਜਿਹੜਾ ਇਸ ਨੂੰ ਪੈਦਾ ਕਰਨ ਵਾਲਾ ਉਹ ਕਿਤੇ ਵੱਖਰਾ ਹੋਰ ਚੀਜ਼ ਹੈ। ਇਹ ਮੇਰੇ ਅੰਦਰ ਦਵੈਤ, ਇਹ ਦੂਈ ਕਿਉਂ ਪੈਦਾ ਹੁੰਦੀ ਹੈ? ਮੈਂ ਇਸ ਕੁਦਰਤ ਵਿੱਚੋਂ ਤੈਨੂੰ ਰਮਿਆ ਹੋਇਆ ਮਹਿਸੂਸ ਜੇ ਨਹੀਂ ਕਰਦਾ ਤੇ ਉਸ ਦਾ ਕਾਰਨ ਕੀ ਹੋ ਸਕਦਾ? ਵੈਸੇ ਤੇ ਗੁਰਬਾਣੀ ਨੇ ਉਹਨੂੰ ਭਰਮ ਕਿਹਾ, ਤੇ ਭਰਮ ਅਗਿਆਨਤਾ ਦੇ ਵਿੱਚੋਂ ਪੈਦਾ ਹੁੰਦਾ ਵੀ ਕੁਝ ਜੋ ਹੈ ਉਹੋ ਜਿਹਾ ਨਜ਼ਰ ਨਹੀਂ ਆ ਰਿਹਾ, ਕਿਸੇ ਹੋਰ ਤਰੀਕੇ ਦੀ ਚੀਜ਼ ਨਜ਼ਰ ਆ। ਮਾਧਵੇ ਕਿਆ ਕਹੀਏ ਭ੍ਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਪਰ ਉਹ ਲਿਖਦੇ ਹਨ ਵੀ ਮੈਂ ਜਦੋਂ ਇਹ ਰੀਅਲਾਈਜ਼ ਕਰਦਾ, ਮੈਂ ਆਪਣੇ ਆਪ ਨਾਲ ਜਦੋਂ ਮੈਂ ਚਿੰਤਨ ਕਰਦਾ ਨਾ ਆਪਣੇ ਆਪ ਨਾਲ, ਤਾਂ ਉਹ ਚਿੰਤਨ ਜਿਹੜਾ ਹੈ ਉਹਦੇ ਵਿੱਚੋਂ ਮੈਨੂੰ ਇਹ ਸਮਝ ਪੈਂਦੀ ਹੈ ਵੀ ਫਰਕ ਤੇ ਬੇਸਿਕਲੀ ਕੁਝ ਵੀ ਨਹੀਂ ਹੈ। ਬਸ ਇੰਨਾ ਕੁ ਹੈ, ਜਿਵੇਂ ਕਿਸੇ ਸੁਨਿਆਰੇ ਸੋਨੇ ਦਾ ਕਿੱਤਾ ਕਰਨ ਵਾਲੇ ਸੱਜਣ ਦੀ ਦੁਕਾਨ ਦੇ ਉੱਤੇ ਸੋਨੇ ਦੇ ਘੜੇ ਹੋਏ ਵੱਖ-ਵੱਖ ਗਹਿਣੇ ਪਏ ਹੁੰਦੇ ਨੇ। ਆਪਾਂ ਸਾਰੇ ਜਾਣਦੇ ਲੋਕ ਗਹਿਣੇ ਪਹਿਨਦੇ ਨੇ। ਕੁਝ ਗਹਿਣੇ ਹਨ ਜਿਹੜੇ ਨੱਕ ਵਿੱਚ ਪਹਿਨਣ ਵਾਲੇ ਨੇ, ਕੁਝ ਕੰਨ ਵਿੱਚ ਪਹਿਨਣ ਵਾਲੇ ਨੇ, ਕੁਝ ਗਲੇ ਤੇ ਪਹਿਨਣ ਵਾਲੇ ਨੇ, ਕੁਝ ਗੁੱਟ ਤੇ ਪਹਿਨਣ ਵਾਲੇ ਨੇ, ਕੁਝ ਉਂਗਲਾਂ ਤੇ ਪਹਿਨਣ ਵਾਲੇ ਨੇ। ਹੁਣ ਗਹਿਣਿਆਂ ਦੀ ਸ਼ਕਲ ਵੱਖਰੀ ਵੱਖਰੀ ਹੈ, ਕਿਉਂਕਿ ਉਹ ਵੱਖਰੇ ਵੱਖਰੇ ਅੰਗਾਂ ਦੇ ਹਿਸਾਬ ਨਾਲ ਸਜਾਵਟ ਦੇ ਮੁਤਾਬਕ ਤਿਆਰ ਕੀਤੇ ਗਏ। ਪਰ ਮੰਨ ਲਓ ਇੱਕੋ ਹੀ ਧਾਤ ਸੋਨੇ ਦਾ ਗਹਿਣਾ ਜਿਹੜਾ ਹੈ ਉਹ ਅਸੀਂ ਨੱਕ 'ਚ ਵੀ ਪਹਿਨਿਆ ਹੋਵੇ, ਕੰਨ 'ਚ ਵੀ ਪਹਿਨਿਆ ਹੋਵੇ, ਗਲੇ ਵਿੱਚ ਵੀ ਪਹਿਨਿਆ ਹੋਵੇ, ਗੁੱਟ ਤੇ ਵੀ ਪਹਿਨਿਆ ਹੋਵੇ, ਉਂਗਲਾਂ ਵਿੱਚ ਵੀ ਅੰਗੂਠੀਆਂ ਦੇ ਰੂਪ ਵਿੱਚ ਲੋਕਾਂ ਨੇ ਪਾਇਆ ਹੋਵੇ। ਹਾਂ, ਕੋਈ ਇਹ ਤੇ ਕਹਿ ਸਕਦਾ ਵੀ ਭਾਈ ਇਸ ਗਹਿਣੇ ਦੀ ਘਾੜਤ ਵੱਖਰੀ ਹੈ, ਆਹ ਗਹਿਣੇ ਦਾ ਸਾਈਜ਼ ਜਾਂ ਘਾੜਤ ਵੱਖਰੀ ਹੈ, ਕਿਉਂਕਿ ਗਲ ਵਿੱਚ ਪਹਿਨਣ ਵਾਲਾ ਹੈ। ਗਲੇ ਦੇ ਗਹਿਣੇ ਵੀ ਵੱਖਰੀ ਵੱਖਰੀ ਘਾੜਤ ਦੇ ਹੋ ਸਕਦੇ ਨੇ, ਗੁੱਟ ਤੇ ਪਹਿਨਣ ਵਾਲਿਆਂ ਦੀ ਘਾੜਤ ਵੀ ਵੱਖਰੀ ਹੋ ਸਕਦੀ ਹੈ। ਪਰ ਜੇ ਉਹਨਾਂ ਦੀ ਧਾਤ ਇੱਕੋ ਹੈ, ਸਾਰੇ ਹੈ ਨਹੀਂ, ਜੇ ਮੰਨ ਲਓ ਸਾਰੇ ਸੋਨੇ ਦੇ ਨੇ, ਘਾੜਤ ਵੱਖਰੀ ਵੱਖਰੀ ਹੈ, ਤੇ ਫਿਰ ਉਹਨਾਂ ਦਾ ਬੇਸਿਕਲੀ ਜਿਹੜਾ ਵਜੂਦ ਹੈ ਉਹ ਧਾਤ ਤੇ ਇੱਕੋ ਹੀ ਹੋਈ ਨਾ, ਮਟੀਰੀਅਲ ਤੇ ਇੱਕ ਹੀ ਹੋਇਆ ਨਾ। ਮਟੀਰੀਅਲ ਵਿੱਚ ਤੇ ਕੋਈ ਫਰਕ ਨਹੀਂ ਹੈ ਨਾ, ਗਹਿਣੇ ਸਾਰੇ ਸੋਨੇ ਦੇ ਹੀ, ਪਰ ਉਹਨਾਂ ਦੀ ਘਾੜਤ ਵੱਖਰੀ ਵੱਖਰੀ ਹੋਣ ਕਰਕੇ ਉਹਨਾਂ ਨੂੰ ਆਪਾਂ ਨਾਮ ਵੱਖਰੇ ਵੱਖਰੇ ਦਿੱਤੇ। ਉਹਨਾਂ ਦੀ ਬਣਾਵਟ ਜਿਹੜੀ ਵੱਖਰੀ ਵੱਖਰੀ ਹੋਣ ਕਰਕੇ ਉਹਨਾਂ ਦੀ ਘਾੜਤ ਜਿਹੜੀ ਉਹਨੂੰ ਘੜਨ ਲੱਗਿਆ, ਜੋ ਉਹਨਾਂ ਦਾ ਵੱਖਰਾ ਵੱਖਰਾ ਰੂਪ ਨਿਖਾਰਿਆ ਗਿਆ ਹੈ ਬਣਾਉਣ ਵਾਲੇ ਵੱਲੋਂ, ਕਾਰੀਗਰ ਵੱਲੋਂ, ਉਹ ਵੱਖਰੀ ਦੇਖੋ ਉਹਨਾਂ ਦੀ ਘਾੜਤ ਕਰਕੇ ਸਾਨੂੰ ਲੱਗਦੀ, ਪਰ ਹੈ ਸੋਨੇ ਦੇ। ਦੂਜੀ ਉਦਾਹਰਣ ਉਹ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਸਮੁੰਦਰ ਦੇ ਵਿੱਚ, ਨਦੀ ਦੇ ਵਿੱਚ ਪਾਣੀ ਹੈ ਤੇ ਹਵਾ ਦੇ ਵੇਗ ਨਾਲ ਸਮੁੰਦਰ ਦੇ ਪਾਣੀ ਵਿੱਚੋਂ ਥੋੜਾ ਜਿਹਾ ਪਾਣੀ ਉੱਚਾ ਉੱਠ ਜਾਂਦਾ, ਜਿਸ ਨੂੰ ਆਪਾਂ ਲਹਿਰ ਕਹਿੰਦੇ ਜਾਂ ਛੱਲ ਕਹਿੰਦੇ। ਉਹ ਜਿਹੜੀ ਲਹਿਰ ਹੈ ਉਹ ਹਵਾ ਦੇ ਵੇਗ ਨਾਲ ਉੱਚੀ ਉੱਠਦੀ ਹੈ ਤੇ ਫਿਰ ਪਾਣੀ ਦੇ ਵਿੱਚ ਹੀ ਸਮਾ ਜਾਂਦੀ। ਭਗਤ ਜੀ ਫਰਮਾਉਂਦੇ ਹਨ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਤੇਰੇ ਤੇ ਮੇਰੇ ਵਿੱਚ ਅੰਤਰ ਜਿਹੜਾ ਹੈ ਉਹ ਕੇਵਲ ਇਹ ਹੈ, ਤੂੰ ਜੋਤ ਰੂਪ, ਸਤਾ ਰੂਪ, ਤੂੰ ਵਿਆਪਕ ਸਤਾ ਹੈ, ਤੇ ਮੈਂ ਆਪਣੀ ਘਾੜਤ ਨੂੰ ਲੈ ਕੇ ਸਮਝਦਾ ਕਿ ਮੈਂ ਤੇਰੇ ਤੋਂ ਕੋਈ ਵੱਖਰੀ ਹਸਤੀ ਹਾਂ, ਜਾਂ ਬਾਕੀ ਸੰਸਾਰ ਤੇਰੇ ਤੋਂ ਕੋਈ ਵੱਖਰਾ ਹੈ। ਇਹ ਜਿਹੜੀ ਚੀਜ਼ ਹੈ, ਸਾਰੀਆਂ ਬਣਤਰਾਂ ਜਿਹੜੀਆਂ ਨੇ ਇਹਨਾਂ ਦੇ ਪਿੱਛੇ ਇੱਕੋ ਹੀ ਸੱਤਾ ਕੰਮ ਕਰਦੀ ਤੇ ਇੱਕੋ ਹੀ ਮਟੀਰੀਅਲ ਕੰਮ ਕਰਦਾ। ਬੇਸ ਇੱਕੋ ਹੀ ਹੈ, ਬੇਸ ਵੱਖਰਾ ਵੱਖਰਾ ਨਹੀਂ ਹੈ, ਘਾੜਤ ਵੱਖਰੀ ਵੱਖਰੀ। ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨਹਾਰ, ਨਾ ਕਛ ਪੋਚ ਮਾਟੀ ਕੇ ਭਾਂਡੇ, ਨਾ ਕਛ ਪੋਚ ਕੁੰਭਾਰੇ। ਹੈਨ ਸਭਨਾਂ ਦੇ ਸਰੀਰ ਹੀ ਪੰਜਾਂ ਤੱਤਾਂ ਦੇ, ਸਾਰੀ ਘਾੜਤ ਹੀ ਕੁਦਰਤ ਦੇ ਤੱਤਾਂ ਵਿੱਚੋਂ ਪੈਦਾ ਹੋਈ ਹੈ। ਇਸ ਵਾਸਤੇ ਉਹ ਜਿਹੜੀ ਮੂਲ ਸੱਤਾ ਹੈ, ਜਿਹੜੀ ਮੂਲ ਚੇਤਨਾ ਹੈ,
ਉਹ 2 ਜਾਂ 3 ਹਿੱਸਿਆਂ 'ਚ ਨਹੀਂ ਵੰਡੀ ਹੋਈ, ਜਾਂ ਜ਼ਿਆਦਾ ਹਿੱਸਿਆਂ 'ਚ ਨਹੀਂ, ਉਹ ਇੱਕ ਹੀ, ਐਸੇ ਕਰਕੇ ਉਹਨੂੰ ਇੱਕ ਓੰਕਾਰ, ਇੱਕ ਬੱਝਵੀਂ ਸੱਤਾ ਕਿਹਾ ਗਿਆ। ਬਾਕੀ ਘਾੜਤਾਂ ਵੱਖਰੀਆਂ ਵੱਖਰੀਆਂ ਹੋ ਸਕਦੀਆਂ ਨੇ। ਇਸ ਲਈ ਗੁਰਬਾਣੀ ਨੇ ਬਾਅਦ ਵਿੱਚ ਅੱਗੇ ਜਾ ਕੇ ਲਿਖਿਆ ਵੀ ਇਹ ਰੂਪ ਵੀ ਤੇਰੇ ਹਨ, ਇਹ ਰੰਗ ਵੀ ਤੇਰੇ ਹੀ ਹਨ, ਇਹ ਆਕਾਰ ਵੀ ਤੇਰੇ ਹੀ ਹਨ। ਨਾਨਾ ਰੂਪ ਨਾਨਾ ਜਾ ਕੇ ਰੰਗ, ਨਾਨਾ ਭੇਖ ਕਰੈ ਇੱਕ ਰੰਗ, ਨਾਨਾ ਬਿਧ ਕੀਨੋ ਅਵਤਾਰ। ਤੇਰੇ ਜਿਹੜੇ ਇਹ ਸਾਰੇ ਆਕਾਰ ਹਨ, ਨਾਨਾ, ਨਾਨਾ ਬਿਧ ਦਾ ਮਤਲਬ ਹੁੰਦਾ, ਨਾਨਾ ਦਾ ਮਤਲਬ ਬਹੁ ਭਾਂਤੀ, ਕਈ ਕਿਸਮ ਦੇ, ਅਨੰਤ, ਕਾਊਂਟਲੈਸ, ਗਿਣਤੀ ਤੋਂ ਬਾਹਰ। ਨਾਨਾ ਬਿਧ ਕੀਨੋ ਵਿਸਥਾਰ, ਨਾਨਾ ਬਿਧ, ਕਈ ਕਿਸਮਾਂ ਦਾ ਤੋਂ ਵਿਸਥਾਰ ਵਿਸਥਾਰਿਆ ਹੋਇਆ। ਤੋ ਸਾਹਿਬ ਸਤਿਗੁਰੂ ਮਹਾਰਾਜ ਜਿਸ ਵੇਲੇ ਬਾਣੀ ਦੇ ਵਿੱਚ ਇਹ ਵਾਕ ਉਚਾਰਨ ਕਰਦੇ, ਤਾਂ ਦੂਈ ਦਵੈਤ ਕਿੱਥੇ ਆਉਂਦੀ ਹੈ, ਜਿੱਥੇ ਇਹ ਸਮਝ ਲਿਆ ਜਾਂਦਾ ਹੈ ਕਿ ਮੈਂ ਕੁਝ ਹਾਂ ਔਰ ਮੈਂ ਉਸ ਤੋਂ ਵੱਖਰਾ, ਮੇਰਾ ਵਜੂਦ ਆਪਣੇ ਆਪ ਵਿੱਚ ਕੁਦਰਤ ਤੋਂ ਜਾਂ ਕਾਦਰ ਤੋਂ ਵੱਖਰੀ ਹਸਤੀ ਰੱਖਦਾ। ਇਸ ਨੂੰ ਭਗਤੀ ਮਾਰਗ ਦੇ ਮਹਾਂਪੁਰਖਾਂ ਨੇ ਕਿਹਾ ਵੀ ਇਹ ਸਾਡੀ ਹਉਮੈ ਦੇ ਪ੍ਰਭਾਵ ਸਦਕਾ ਸਾਡੇ ਉੱਤੇ ਭਰਮ ਦਾ ਜਾਲਾ ਸਾਡੀ ਸੁਰਤ ਉੱਤੇ ਜੰਮ ਜਾਂਦਾ ਹੈ, ਤੇ ਈਗੋ ਹਉਮੈ ਕਰਕੇ ਸਾਨੂੰ ਲੱਗਦਾ ਹੈ ਅਸੀਂ ਕੁਝ ਹਾਂ ਤੇ ਬਿਲਕੁਲ ਵੱਖਰੇ ਹਾਂ। ਤੇ ਬਾਣੀ ਦੇ ਵਾਕ ਵੀ ਚੇਤੇ ਰੱਖੀਏ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ, ਅਨਲ ਅਗਮ ਜੈਸੇ ਲਹਿਰਮय ਉਦਤ ਜਲ ਕੇਵਲ ਜਲ ਮਾਹੀ। ਜਿੰਨਾ ਚਿਰ ਮੇਰੀ ਹਉ ਹੈ, ਮੈਨੂੰ ਲੱਗਦਾ ਮੈਂ ਕੋਈ ਹਾਂ, ਜਦੋਂ ਹੰਗਤਾ ਹਉਮੈ ਮਿਟ ਜਾਂਦੀ ਹੈ ਤਦੋਂ ਲੱਗਦਾ ਨਹੀਂ, ਮੈਂ ਅਨੰਤ ਪਸਾਰੇ ਦਾ ਇੱਕ ਛੋਟਾ ਜਿਹਾ ਹਿੱਸਾ। ਮੇਰਾ ਆਪਾ ਬਹੁਤ ਵਿਸ਼ਾਲ ਹੈ ਤੇ ਮੈਂ ਇੱਕ ਵਿਸ਼ਾਲ ਪਸਾਰੇ ਦਾ ਇੱਕ ਅੰਗ ਹਾਂ, ਅਭਿੰਨ ਭਾਗ ਹਾਂ, ਔਰ ਬਹੁਤ ਸੂਖਮ ਜਿਹਾ ਹਿੱਸਾ, ਬੜੀ ਸੂਖਮ ਜਿਹੀ ਮੇਰੀ ਹਸਤੀ ਹੈ, ਮੇਰਾ ਵਜੂਦ ਹੈ ਜਿਹੜਾ ਇਸ ਅਨੰਤ ਪਸਾਰੇ ਦੇ ਨਾਲ ਜੁੜਿਆ ਹੋਇਆ। ਤੋ ਮਹਾਰਾਜ ਇਸ ਪਾਵਨ ਸ਼ਬਦ ਦੇ ਵਿੱਚ ਬਖਸ਼ਿਸ਼ ਕਰਦੇ ਹਨ। ਰਹਾਉ ਦਾ ਬੰਦ ਹੈ, ਕਿਉਂਕਿ ਕੋਈ ਵਿਚਾਰ ਜਦੋਂ ਪ੍ਰਗਟ ਕੀਤਾ ਜਾਣਾ ਹੈ, ਧਿਆਨ ਵਿੱਚ ਰੱਖੀਏ, ਤਾਂ ਉਹਨੂੰ ਕਿਸੇ ਵੇ ਵਿੱਚ, ਯਾਨੀ ਕਿ ਕਿਸੇ ਤਰੀਕੇ ਦੇ ਨਾਲ ਉਹਨੂੰ ਪ੍ਰਗਟ ਕੀਤਾ ਜਾਣਾ। ਜਿਹੜੀ ਬੋਲੀ ਹੁੰਦੀ ਹੈ, ਬੋਲੀ ਵਿੱਚ ਮੁਹਾਵਰਾ ਵੀ ਹੁੰਦਾ ਹੈ, ਗੱਲ ਕਹਿਣ ਦਾ ਇੱਕ ਲਹਿਜ਼ਾ ਹੁੰਦਾ ਹੈ, ਇੱਕ ਤਰੀਕਾ ਹੁੰਦਾ ਹੈ, ਉਹਦੇ ਵਿੱਚ ਪ੍ਰਤੀਕ, ਮੁਹਾਵਰੇ, ਬਿੰਬ, ਇਹ ਸਾਰੀਆਂ ਚੀਜ਼ਾਂ, ਉਦਾਹਰਨਾਂ ਇਹ ਵਰਤੀਆਂ ਜਾਂਦੀਆਂ। ਆਪਾਂ ਸਧਾਰਨ ਬੋਲੀ ਵਿੱਚ ਜਦੋਂ ਗੱਲ ਕਰਦੇ ਨਾ, ਆਪਾਂ ਦੂਜੇ ਨੂੰ ਕਹਿੰਦੇ ਮੇਰੇ ਨਾਲ ਸ਼ਰਤ ਲਾ ਲੈ, ਗੱਲ ਇਵੇਂ ਹੀ ਹੈ। ਜਿਹੜੀ ਗੱਲ ਤੇ ਆਪਾਂ ਸ਼ੋਰ ਹੋਈਏ ਨਾ, ਸ਼ੋਰ ਯਾਨੀ ਕਿ ਜਿਹੜੀ ਗੱਲ ਦਾ ਸਾਨੂੰ ਪੱਕਾ ਪਤਾ ਹੋਵੇ ਵੀ ਆਹ ਗੱਲ ਇਵੇਂ ਹੀ ਹੈ, ਆਪਾਂ ਉਹਦੇ ਪ੍ਰਤੀ ਉਸ ਗੱਲ ਬਾਰੇ ਦਾਅਵਾ ਕਰਦੇ ਹਾਂ। ਦੂਜੇ ਸੱਜਣ ਨੂੰ ਅਕਸਰ ਕਹਿ ਦਿੰਦੇ ਮੇਰੇ ਨਾਲ ਸ਼ਰਤ ਲਾ ਕੇ ਵੇਖ ਲੈ, ਗੱਲ ਇਸ ਤਰ੍ਹਾਂ ਹੀ ਹੈ। ਇਹਦਾ ਮਤਲਬ ਮੈਂ ਇਸ ਗੱਲ ਉੱਤੇ ਸ਼ੋਰ ਹਾਂ, ਮੈਂ ਇਸ ਗੱਲ ਦੇ ਉੱਤੇ ਮੇਰਾ ਯਕੀਨ ਪੱਕਾ ਹੈ, ਫਿਰ ਹੀ ਆਪਾਂ ਅਗਲੇ ਨੂੰ ਕਹਿੰਦੇ ਸ਼ਰਤ ਲਾ ਕੇ ਵੇਖ ਲੈ। ਤੋ ਇੱਕ ਬੋਲੀ ਦਾ ਲਹਿਜ਼ਾ ਹੈ, ਆਪਣੀ ਗੱਲ ਨੂੰ ਵਜਦ ਨਾਲ, ਦਾਅਵੇ ਨਾਲ ਦੂਜੇ ਸਾਹਮਣੇ ਰੱਖਣ ਦਾ ਇੱਕ ਤਰੀਕਾ ਇਹ ਹੁੰਦਾ ਹੈ ਕਿ ਮੈਂ ਪੱਕੀ ਗੱਲ ਕਹਿਣਾ, 100% ਦੀ ਗੱਲ ਪੱਕੀ ਹੈ, ਸ਼ਰਤ ਲਾ ਕੇ ਵੇਖ ਲੈ, ਗੱਲ ਇਵੇਂ ਹੀ ਹੈ। ਭਗਤ ਜੀ ਵੀ ਇਸ ਲਹਿਜ਼ੇ ਵਿੱਚ ਗੱਲ ਕਰਦੇ ਨੇ। ਉਹ ਸੰਬੋਧਨ ਹੋਏ ਆਖਦੇ, ਮੇਰੇ ਪਿਆਰੇ ਪਰਮੇਸ਼ਰ, ਮੇਰਾ ਹੁਣ ਯਕੀਨ ਜਿਹੜਾ ਹੈ ਨਾ ਉਹ ਮਜ਼ਬੂਤ ਹੋ ਗਿਆ, ਮੇਰਾ ਭਰੋਸਾ ਪੱਕ ਗਿਆ। ਤੇ ਉਹ ਭਰੋਸਾ ਮੇਰਾ ਕੀ ਹੈ? ਬਦੋ ਕੀ ਨਾ ਹੋੜ ਮਾਧੋ ਮੋਸਿਓ। ਬਦੋ ਦਾ ਮਤਲਬ ਹੈ ਤੂੰ ਲਾਉਂਦਾ ਕਿਉਂ ਨਹੀਂ, ਕਹਿੰਦਾ ਕਿਉਂ ਨਹੀਂ। ਡਿੰਗੀ ਤੇ ਸਿੰਧੀ ਭਾਸ਼ਾ ਵਿੱਚ ਕੋਸ਼ ਵਾਲੇ ਲਿਖਦੇ ਨੇ, ਹੋੜ ਸ਼ਬਦ ਜਿਹੜਾ ਹੈ ਉਹ ਸ਼ਰਤ ਲਾਉਣ ਲਈ ਵਰਤਿਆ ਜਾਂਦਾ। ਜਿਵੇਂ ਆਪਾਂ ਕਿਸੇ ਨੂੰ ਕਹੀ ਸ਼ਰਤ ਲਾ ਕੇ ਵੇਖ, ਬੈਟ ਲਾ ਕੇ ਵੇਖ, ਤੋ ਆਖਦੇ ਨੇ ਬਦੋ ਕੀ ਨਾ ਹੋੜ ਮਾਧੋ ਮੋਸ ਨੂੰ, ਕਿ ਵਾਹਿਗੁਰੂ ਮੇਰੇ ਨਾਲ ਬੇਸ਼ੱਕ ਤੂੰ ਵਿਚਾਰ ਕਰਕੇ, ਭਾਵ ਸ਼ਰਤ ਲਾ ਕੇ ਵੇਖ, ਮੇਰੇ ਅੰਦਰ ਇਹ ਵਿਚਾਰ ਬਿਲਕੁਲ ਮਜ਼ਬੂਤ। ਇਹਦਾ ਮਤਲਬ ਭਾਵੇਂ ਤੂੰ ਮੈਨੂੰ ਪਰਖ ਕੇ ਵੇਖ ਲੈ, ਇਹ ਮੇਰੇ ਮਾਲਕ, ਮੇਰਾ ਇਹ ਵਿਚਾਰ ਜਿਹੜਾ ਹੈ ਉਹ ਬਿਲਕੁਲ ਪੁਖਤਾ ਹੈ, ਮਜ਼ਬੂਤ ਹੈ, ਤੇ ਮੈਂ ਇਸ ਵਿਚਾਰ ਦੇ ਉੱਤੇ ਪੱਕਾ ਫੇਥ ਰੱਖਦਾ, ਯਕੀਨ ਰੱਖਦਾ, ਮੇਰਾ ਬਲੀਵ ਹੈ, ਇਹ ਮੇਰਾ ਭਰੋਸਾ ਹੈ ਇਸ ਗੱਲ ਦੇ ਉੱਤੇ। ਉਹ ਕੀ? ਠਾਕੁਰ ਤੇ ਜਨ, ਜਨ ਤੇ ਠਾਕੁਰ, ਖੇਲ ਪਰਿਓ ਹੈ ਤੋਸਿਓ।
ਆਖਣ ਲੱਗੇ ਜਿਹੜਾ ਸੰਸਾਰ ਦੀ ਖੇਡ ਹੈ ਨਾ, ਇਹ ਆਪਣੀ ਦੋਵਾਂ ਧਿਰਾਂ ਦੀ ਸਾਂਝੀ ਖੇਡ ਹੈ। ਤੇਰੇ ਕਰਕੇ ਅਸੀਂ ਹਾਂ ਤੇ ਸਾਡੇ ਵਿੱਚ ਤੂੰ ਹੈ। ਠਾਕੁਰ ਤੇ ਜਨ, ਜਨ ਕਹਿੰਦੇ ਨੇ ਸੇਵਕ ਨੂੰ, ਠਾਕੁਰ ਕਹਿੰਦੇ ਨੇ ਮਾਲਕ ਨੂੰ। ਮਾਲਕ ਕਰਕੇ ਹੀ ਸੇਵਕ ਹੁੰਦਾ ਹੈ, ਜੇ ਮਾਲਕ ਨਹੀਂ ਤਾਂ ਸੇਵਕ ਕੌਣ ਹੋਏਗਾ? ਠਾਕੁਰ ਤੇ ਜਨ, ਜਨ ਤੇ ਠਾਕੁਰ। ਜਨ ਹੈ, ਸੇਵਕ ਹੈ, ਤਾਂ ਕਿਸੇ ਨੂੰ ਮਾਲਕ ਆਖਿਆ ਜਾਂਦਾ ਹੈ। ਜੇ ਸੇਵਕ ਹੀ ਨਾ ਹੋਣ ਤਾਂ ਮਾਲਕ ਕੋਈ ਕਿਹਨੂੰ ਕਹੇਗਾ? ਯਾਨੀ ਕਿ ਸੇਵਕ ਦਾ ਤੇ ਮਾਲਕ ਦਾ ਜਿਵੇਂ ਰਿਸ਼ਤਾ ਬੜਾ ਮਜ਼ਬੂਤ ਹੁੰਦਾ, ਦੋਵੇਂ, ਜੇ ਉਹ ਮਾਲਕ ਹੈ ਤੇ ਸੇਵਕ ਕਰਕੇ, ਜੋ ਸੇਵਕ ਹੈ ਤੇ ਮਾਲਕ ਕਰਕੇ, ਦੋਵੇਂ ਇੱਕ ਦੂਜੇ ਨਾਲ ਪੈਰਾਲਲ, ਦੋਨਾਂ ਦਾ ਰਿਸ਼ਤਾ, ਦੋਨਾਂ ਦੀ ਆਇਡੈਂਟੀਟੀ, ਦੋਵਾਂ ਦੀ ਪਛਾਣ ਜੁੜੀ ਹੋਈ। ਇਸੇ ਤਰ੍ਹਾਂ ਭਗਤ ਜੀ ਮਹਾਰਾਜ ਫਰਮਾਉਂਦੇ ਨੇ, ਹੇ ਵਾਹਿਗੁਰੂ, ਜਿਵੇਂ ਠਾਕੁਰ ਦੇ ਕਰਕੇ, ਮਾਲਕ ਦੇ ਕਰਕੇ ਸੇਵਕ ਦੀ ਪਛਾਣ ਹੁੰਦੀ ਤੇ ਸੇਵਕ ਦਾ ਕਰਕੇ ਮਾਲਕ ਦੀ ਪਛਾਣ ਹੁੰਦੀ ਹੈ, ਇਸੇ ਤਰ੍ਹਾਂ ਕੁਦਰਤ ਤੇ ਮੇਰੇ ਤੇ ਸਾਰੇ ਸੰਸਾਰ ਦੇ ਜੀਵਾਂ ਕਰਕੇ ਤੂੰ ਹੈ। ਤੂੰ ਸਾਡੇ ਵਿੱਚ ਹੈ ਤੇ ਤੇਰਾ ਕਰਕੇ ਅਸੀਂ ਹਾਂ। ਯਾਨੀ ਕਿ ਸਾਡੀ ਖੇਡ ਸਾਂਝੀ ਹੈ। ਸਾਡਾ ਹੋਣਾ ਤੇਰੇ ਹੋਣ ਦਾ ਪ੍ਰਮਾਣ ਹੈ ਤੇ ਤੂੰ ਸਾਡੇ ਵਿੱਚ ਮੌਜੂਦ ਹੈ। ਇਸ ਵਿੱਚੋਂ ਕੋਈ ਦੋ ਰਾਏ ਨਹੀਂ, ਇਸ ਵਿੱਚ ਕੋਈ ਦੁਬਿਧਾ, ਕੋਈ ਕਨਫਿਊਜ਼ਨ ਨਹੀਂ। ਅਸੀਂ ਹਾਂ, ਇਹੀ ਤੇਰੇ ਹੋਣ ਦਾ ਪ੍ਰਮਾਣ। ਲੋਕ ਪੁੱਛਦੇ ਨੇ ਉਹਦੇ ਹੋਣ ਦਾ ਪ੍ਰਮਾਣ ਕੀ ਹੈ? ਕਹਿੰਦੇ ਅਸੀਂ ਹਾਂ, ਸਾਡਾ ਵਜੂਦ ਕੀ ਹੈ, ਇਹੀ ਉਹਦਾ ਪ੍ਰਮਾਣ ਹੈ। ਤੇ ਉਹ ਪਰਮੇਸ਼ਰ ਵਾਹਿਗੁਰੂ ਸਾਡੇ ਵਿੱਚ ਮੌਜੂਦ ਹੈ, ਇਹ ਸਭ ਤੋਂ ਵੱਡਾ ਪ੍ਰਮਾਣ ਹੈ। ਖੇਲ ਭਰਿਓ ਹੈ ਤੋਸ, ਇਹ ਤੇਰੀ ਤੇ ਸਾਡੀ ਸਾਂਝੀ ਜਗਤ ਦੀ ਖੇਡ ਚੱਲ ਰਹੀ ਹੈ। ਤੂੰ ਇਕੱਲਾ ਨਹੀਂ ਖੇਡ ਰਿਹਾ, ਤੂੰ ਆਪਣੇ ਹੁਕਮ ਦੇ ਨਾਲ ਸਾਨੂੰ ਜੀਵਾਂ ਨੂੰ ਪੈਦਾ ਕਰਦਾ ਹੈ। ਸਾਡੇ ਰਾਹੀਂ ਤੂੰ ਵਿਚਰਦਾ ਹੈ, ਸਾਡੇ ਰਾਹੀਂ ਤੂੰ ਵੇਖਦਾ ਹੈ, ਸਾਡੇ ਰਾਹੀਂ ਤੂੰ ਭੋਗਦਾ ਹੈ, ਸਾਡੇ ਰਾਹੀਂ ਤੂੰ ਮਾਣਦਾ ਹੈ। ਯਾਨੀ ਕਿ ਸਾਰੀ ਖੇਡ ਜਿਹੜੀ ਹੈ ਤੇਰੀ ਆਪਣੀ ਖੇਡ ਰਚੀ ਹੋਈ ਹੈ ਤੇ ਅਸੀਂ, ਮੇਰਾ ਜਿਹੜਾ ਵਜੂਦ ਹੈ ਇਹ ਤੇਰਾ ਹੈ ਤੇ ਤੇਰਾ ਵਜੂਦ ਮੇਰੇ ਵਿੱਚ ਹੈ। ਅਸੀਂ ਓਤ ਪੋਤ ਹਾਂ, ਓਤ ਪੋਤ ਪ੍ਰਭ ਸੋਈ, ਰਲੇ ਮਿਲੇ ਇੱਕ ਸੁਰ ਹੋਏ, ਬਿਲਕੁਲ ਤੇਰੇ ਤੋਂ ਕੁਝ ਵੱਖਰਾ ਨਹੀਂ ਹੈ। ਇਹ ਇੱਕ ਐਸਾ ਲੈਵਲ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਜਦੋਂ ਆਪਾਂ ਪੜ੍ਹਦੇ ਹਾਂ, ਇਹ ਬਚਨ ਕਹਿਣ ਵਾਲੇ ਮਹਾਂਪੁਰਖਾਂ ਨੇ ਸੱਚਮੁੱਚ ਇਸ ਸੱਚ ਨੂੰ ਅਹਿਸਾਸ ਕਰਕੇ, ਫੀਲ ਕਰਕੇ, ਹੰਢਾ ਕੇ ਆਪਣੇ ਜੀਵਨ ਦੇ ਵਿੱਚ ਇਸ ਨੂੰ ਮਾਣਿਆ ਹੈ। ਆਪਾਂ ਤਾਂ ਕੇਵਲ ਕਹਿੰਦੇ ਹਾਂ ਨਾ ਕਿ ਅਸੀਂ ਤਾਂ ਰੱਬ ਦਾ ਹੀ ਹਿੱਸਾ ਜੀ, ਰੱਬ ਸਾਰਿਆਂ 'ਚ ਹੀ ਰਹਿੰਦਾ। ਨਹੀਂ, ਅਸੀਂ ਜਿਹੜੀਆਂ ਤੰਗੀਆਂ ਤੁਰਸ਼ੀਆਂ ਵਿੱਚੋਂ, ਜਿਹੜੇ ਉਚਾਣਾ ਤੇ ਨਿਵਾਣਾ ਵਿੱਚੋਂ ਗੁਜ਼ਰਦੇ ਹਾਂ, ਜਿਹੜੇ ਅਸੀਂ ਹਉਮੈ ਦੇ ਸ਼ਿਕਾਰ ਹੁੰਨੇ, ਸਵਾਰਥ ਦੇ ਸ਼ਿਕਾਰ ਹੁੰਨੇ ਆ, ਭੇਦ ਭਾਵ ਦੇ ਸ਼ਿਕਾਰ ਹੁੰਨੇ, ਨਫ਼ਰਤ ਦੇ ਸ਼ਿਕਾਰ ਹੁੰਨੇ ਆ, ਇਹ ਜਿਹੜੇ ਰੋਗ ਨੇ ਸਾਨੂੰ ਸੰਸਾਰ ਦੇ ਸਾਰੇ ਜੀਵਾਂ ਨੂੰ ਕਿਸੇ ਨਾ ਕਿਸੇ ਰੂਪ 'ਚ ਲੱਗੇ ਹੋਏ। ਜਗਤ ਦੀ ਭਟਕਣਾ ਦਾ ਕਾਰਨ ਹੀ ਇਹ ਸਾਰੇ ਵਿਕਾਰ, ਇਹ ਰੋਗ ਨੇ ਜਿਹੜੇ ਕਿਤੇ ਨਾ ਕਿਸੇ ਰੂਪ ਵਿੱਚ ਹਰ ਜਗ੍ਹਾ ਤੇ ਮੌਜੂਦ ਨੇ, ਹਰ ਬੰਦੇ ਅੰਦਰ ਮੌਜੂਦ ਨੇ। ਪਰ ਰੱਬ ਦੇ ਬੰਦਿਆਂ ਨੂੰ ਸਾਂਝੇ ਬੰਦੇ ਕਿਉਂ ਕਿਹਾ ਜਾਂਦਾ? ਜ਼ਰਾ ਸੋਚ ਕੇ ਵੇਖੀਏ। ਆਪਾਂ ਕਹਿੰਦੇ ਨਾ ਕਿ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਉਹ ਸੰਸਾਰ ਦੀ ਸਾਂਝੀ ਵਿਰਾਸਤ, ਉਹ ਕਿਸੇ ਇੱਕ ਧੜੇ ਦੇ, ਇੱਕ ਧਰਤੀ ਦੇ, ਭਾਵੇਂ ਉਹ ਪੈਦਾ ਇੱਕ ਧਰਤੀ ਦੇ ਇੱਕ ਖਿੱਤੇ ਤੇ ਹੋਏ, ਪਰ ਹੈਨ ਸਾਰੀ ਖਲਕਤ ਤੇ, ਸਾਰੀ ਮਨੁੱਖਤਾ ਦੇ ਸਾਂਝੇ ਨੇ। ਜਿਵੇਂ ਭਾਈ ਗੁਰਦਾਸ ਜੀ ਨੇ ਲਿਖਿਆ, ਚਾਰ ਪੀਰ ਜਗਤ ਗੁਰ ਬਾਬਾ। ਗੁਰੂ ਨਾਨਕ ਸਾਹਿਬ ਸਾਰੇ ਜਗਤ ਦੇ ਬਾਬਾ ਨੇ। ਕਿਉਂ? ਇੱਕ ਧੜੇ ਦੇ ਕਿਉਂ ਨੇ? ਭਗਤ ਜਿਹੜੇ ਨੇ ਸਾਰੇ ਸੰਸਾਰ ਦੇ ਨੇ। ਭਗਤ ਮੁਖ ਹੈ ਤੇ ਬੋਲਦੇ ਸੇ ਵਚਨ ਹੋਵੰਦੇ, ਕਿਉਂਕਿ ਉਹਨਾਂ ਨੇ ਤੰਗੀਆਂ ਤੋਂ, ਤੁਰਸ਼ੀਆਂ ਤੋਂ, ਸਵਾਰਥ ਤੇ ਹਉਮੈ ਤੋਂ ਬਹੁਤ ਉੱਚਾ ਜੀਵਨ ਜਿਹੜਾ, ਜਿੱਥੇ ਉਹਨਾਂ ਨੇ ਕੁੱਲ ਮਖਲੂਕ ਨੂੰ ਆਪਣੇ ਕਲਾਵੇ ਵਿੱਚ ਲੈ ਕੇ, ਸਿਰਜਣਹਾਰ ਨੂੰ ਆਪਣੇ ਵਿੱਚੋਂ, ਕੁੱਲ ਮਖਲੂਕ ਖਲਕਤ ਕੁਦਰਤ ਵਿੱਚੋਂ, ਤੇ ਸਾਰੀ ਕੁਦਰਤ ਨੂੰ ਉਹਦਾ ਅਭਿੰਨ ਭਾਗ ਮੰਨਦਿਆਂ ਹੋਇਆਂ ਇਸ ਨੂੰ ਮਾਣਿਆ ਹੁੰਦਾ ਹੈ। ਉਹ ਇਹਨਾਂ ਵਲਗਣਾ ਤੋਂ ਬਹੁਤ ਹੀ ਉੱਚੇ ਨਿਕਲ ਚੁੱਕੇ ਹੁੰਦੇ, ਉਹਨਾਂ ਲਈ ਕੋਈ ਵਲਗਣ ਰਹਿ ਹੀ ਨਹੀਂ ਜਾਂਦੀ। ਜਿਵੇਂ ਫਕੀਰ ਸ਼ਾਹ ਦੌਲਾ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਪੁੱਛਿਆ, ਕਹਿਣ ਲੱਗੇ ਹਿੰਦੂ ਕੀ ਤੇ ਫਕੀਰੀ ਕੀ? ਸਵਾਲ ਤੇ ਉਹਨੇ ਕਈ ਕੀਤੇ ਸਨ, ਪਰ ਇੱਕ ਉਹਦੇ ਵਿੱਚ ਸਵਾਲ ਇਹ ਸੀ
ਕਿ ਤੁਹਾਡਾ ਮਜ਼ਹਬ ਤੇ ਵੱਖਰਾ ਹੈ ਤੇ ਤੁਹਾਡੇ ਸੇਵਕ ਜਿਹੜੇ ਨੇ ਜਾਂ ਤੁਹਾਨੂੰ ਜਾਣਨ ਵਾਲੇ ਜਿਹੜੇ ਨੇ, ਜਿਹੜੇ ਤੁਹਾਨੂੰ ਜਾਣਦੇ ਨੇ, ਉਹ ਤੁਹਾਨੂੰ ਰੱਬ ਦਾ ਫਕੀਰ ਦਰਵੇਸ਼ ਕਹਿੰਦੇ ਨੇ। ਤੇ ਇਹ ਕਿਵੇਂ ਸੰਭਵ ਹੈ? ਮਜ਼ਹਬ ਤੁਹਾਡਾ ਹੋਰ ਹੈ, ਤੁਸੀਂ ਦਰਵੇਸ਼ ਕਿਵੇਂ ਹੋਏ? ਕਿਉਂਕਿ ਆਪਾਂ ਇਹ ਵੀ ਸਮਝਦੇ ਵੀ ਜਿੰਨੇ ਦੁਨੀਆ ਦੇ ਮਹਾਂਪੁਰਖ ਨੇ ਸਾਰੇ ਸਾਡੇ 'ਚ ਹੀ ਹੋਣਗੇ, ਮੇਰੀ ਬਰਾਦਰੀ 'ਚ ਹੋਣਗੇ, ਜਿੱਥੇ ਮੈਂ ਪੈਦਾ ਉਸ ਧਰਤੀ ਤੇ ਹੋਣਗੇ। ਦੂਜੀ ਸੰਸਾਰ ਦੀ ਬੋਲੀ ਵਿੱਚ ਤਾਂ ਨਾ ਕੋਈ ਰੱਬ ਦਾ ਬੰਦਾ ਗੱਲ ਕਰ ਸਕਦਾ ਹੈ, ਨਾ ਕਿਸੇ ਹੋਰ ਸੱਭਿਆਚਾਰ ਵਿੱਚ ਮਹਾਨ ਬੰਦਾ ਪੈਦਾ ਹੋ। ਇਹ ਹਰ ਇੱਕ ਨੂੰ ਹੀ ਭਰਮ ਹੈ ਸੰਸਾਰ ਦੇ ਅੰਦਰ, ਜਿਹੜੀ ਮਹਾਨਤਾ ਉਹ ਸਾਡੇ ਕਿੱਲੇ ਨਾਲ ਬੱਝੀ ਹੋਈ ਹੈ। ਇਸ ਕਰਕੇ ਅਸੀਂ ਦੂਸਰਿਆਂ ਦੀ ਮਹਾਨਤਾ ਨੂੰ ਸਦਾ ਹੀ ਨਕਾਰਦੇ ਰਹੇ ਨੇ। ਕਿਸੇ ਹੋਰ ਮਜ਼ਹਬ ਵਿੱਚ ਕੋਈ ਮਹਾਨ ਬੰਦਾ ਪੈਦਾ ਅਸੀਂ ਨਕਾਰਾਂਗੇ, ਕਿਉਂਕਿ ਉਹ ਸਾਡੇ ਮਜ਼ਹਬ ਦਾ ਨਹੀਂ, ਕਿਉਂਕਿ ਸਾਡੀ ਬਰਾਦਰੀ ਦਾ ਨਹੀਂ। ਉਹਦੇ ਨਾਲ ਸਾਡੀ ਉਹੋ ਜਿਹੀ ਖਿੱਚ ਨਹੀਂ ਬਣੇਗੀ ਜਿਹੋ ਜਿਹੀ ਸਾਡੀ ਆਪਣੀ ਬਰਾਦਰੀ ਦੇ, ਆਪਣੀ ਧਰਤੀ ਦੇ ਬੰਦੇ ਨਾਲ ਹੁੰਦੀ। ਉਹਦਾ ਕਾਰਨ ਹੁੰਦਾ ਵੀ ਅਸੀਂ ਉਸ ਨੂੰ ਕੇਵਲ ਬਚਪਨ ਤੋਂ ਜਾਣਿਆ ਹੁੰਦਾ, ਮਹਾਨਤਾ ਨੂੰ ਨਹੀਂ ਜਾਣਿਆ ਹੁੰਦਾ। ਉਹਦੇ ਬਾਰੇ ਅਸੀਂ ਸੁਣਿਆ ਹੁੰਦਾ ਹੈ ਜਨਮ ਤੋਂ ਲੈ ਕੇ ਬੜਾ ਲੰਮਾ ਸਮਾਂ, ਤਾਂ ਉਹ ਸਾਨੂੰ ਆਪਣਾ ਲੱਗਣ ਲੱਗ ਜਾਂਦਾ। ਅਸੀਂ ਮਹਾਨਤਾ ਨੂੰ ਘੱਟ ਤੇ ਬਾਰੀ ਪ੍ਰਤੀਕ ਨੂੰ ਜ਼ਿਆਦਾ ਫੋਲੋ ਕਰਦੇ ਹਾਂ। ਇਹ ਕਾਰਨ ਹੈ ਵੀ ਮਹਾਨ ਬੰਦਿਆਂ 'ਚ ਵੀ ਭੇਦਭਾਵ ਦੁਨੀਆ ਕਰਨ ਲੱਗ ਜਾਂਦੀ ਹੈ। ਉਹਨਾਂ ਦੇ ਰਾਹ ਤੇ ਚੱਲਣ ਦੀ ਬਜਾਏ ਉਹਨਾਂ ਦੇ ਉੱਤੇ ਆਪਣੇ ਟੈਗ ਲਾ ਲੈਂਦੀ ਹੈ। ਕੋਈ ਆਖੇਗਾ ਬਾਬਾ ਰਵਿਦਾਸ ਮੇਰਾ ਹੈ, ਕੋਈ ਆਖੇਗਾ ਬਾਬਾ ਨਾਨਕ ਮੇਰਾ ਹੈ, ਕੋਈ ਆਖੇਗਾ ਭਗਤ ਕਬੀਰ ਜੀ ਮੇਰੇ ਨੇ, ਕੋਈ ਆਖੇਗਾ ਬਾਬਾ ਨਾਮਦੇਵ ਮੇਰਾ ਹੈ, ਕੋਈ ਕਿਸੇ ਨੂੰ ਇਸ ਤਰ੍ਹਾਂ ਦਾ। ਦੁਨੀਆ ਦੀਆਂ ਵੰਡੀਆਂ, ਹਰ ਚੀਜ਼ ਸਾਨੂੰ ਵੰਡਣ ਦੀ ਜੋ ਆਦਤ ਹੈ, ਹਰ ਚੀਜ਼ ਦੇ ਉੱਤੇ ਸਾਨੂੰ ਆਪਣਾ ਆਪ ਵਿਖਾਉਣ ਦੀ ਜਿਹੜੀ ਬਿਰਤੀ ਹੈ, ਉਹ ਅਸੀਂ ਇਸ ਖੇਤਰ ਵਿੱਚ ਵੀ ਅਸੀਂ ਘੱਟ ਨਹੀਂ ਕਰਦੇ। ਤਾਂ ਸ਼ਾਹ ਦੌਲਾ ਦਾ ਇਹ ਪ੍ਰਸ਼ਨ ਜਿਹੜਾ ਉਹ ਕਿਸੇ ਤੰਗੀ ਵਿੱਚੋਂ ਨਿਕਲਿਆ। ਹਿੰਦੂ ਕੀ ਤੇ ਫਕੀਰੀ ਕੀ? ਉਹਨੂੰ ਲੱਗਦਾ ਹੈ ਵੀ ਜੋ ਅੱਲਾਹ ਤਾਲਾ ਦੇ ਰਾਹ ਤੇ ਚੱਲਣ ਵਾਲਾ ਹੈ, ਉਹਨੂੰ ਤਾਂ ਸਾਡੇ ਵਰਗਾ ਹੋ ਕੇ ਖੁਦਾ ਨੂੰ ਮਿਲਣਾ ਚਾਹੀਦਾ। ਜਾਂ ਇਉਂ ਕਹਿ ਲਓ ਵੀ ਉਹਨੂੰ ਇਹ ਲੱਗਦਾ ਹੈ ਵੀ ਸਾਡੇ 'ਚ ਏਡੇ ਵੱਡੇ ਦਰਵੇਸ਼ ਹੋਏ ਤੇ ਤੁਹਾਡੇ ਸੇਵਕ ਜਾਣਨ ਵਾਲੇ ਤੁਹਾਨੂੰ ਦਰਵੇਸ਼ ਹੀ ਕਹਿੰਦੇ ਨੇ। ਤੇ ਦਰਵੇਸ਼ੀ ਤਾਂ ਜਿਹੜੀ ਹੈ ਉਹਦਾ ਤੇ ਮਾਰਗ ਸੂਫੀਜ਼ਮ ਦੇ ਰਾਹੀਂ ਨਿਕਲਦਾ ਹੈ। ਗੁਰੂ ਹਰਗੋਬਿੰਦ ਸਾਹਿਬ ਮੁਸਕਰਾਏ, ਸ਼ਾਹ ਦੌਲਾ ਨੂੰ ਆਖਿਆ, ਫਕੀਰ ਨਾ ਹਿੰਦੂ ਨਾ ਮੁਸਲਮਾਨ। ਜਿਹੜਾ ਅੱਲਾ ਦੇ ਰਾਹ ਦਾ ਬੰਦਾ ਹੁੰਦਾ ਹੈ ਉਹ ਇਹਨਾਂ ਵਲਗਣਾ ਤੋਂ ਬੜਾ ਉੱਚਾ ਹੁੰਦਾ ਹੈ, ਬੜਾ ਉੱਚਾ। ਬਹਾਦਰ ਸ਼ਾਹ ਨਾਂਦੇੜ ਦੀ ਧਰਤੀ ਤੇ ਗਰੀਬ ਨਵਾਜ਼ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪੁੱਛਦਾ ਹੈ, ਮਜ਼ਹਬ ਖਿਮਾ ਕਰਨਾ, ਆਗਰੇ ਦੀ ਧਰਤੀ ਤੇ, ਆਗਰੇ ਦੇ ਵਿੱਚ ਵੀ ਇੱਕ ਰੈੱਡ ਫੋਰਟ ਲਾਲ ਕਿਲ੍ਹਾ ਹੈ। ਇੱਥੇ ਮਹਾਰਾਜ ਨਾਲ ਉਹਦੇ ਵਾਰਤਾਲਾਪ ਹੋਈ ਔਰ ਹਜ਼ੂਰ ਨੂੰ ਉਹਨੇ ਪੁੱਛਿਆ, ਮਜ਼ਹਬ ਤੁਮਾਰਾ ਖੂਬ ਕੇ ਮਜ਼ਹਬ ਹਮਾਰਾ ਖੂਬ? ਤੁਹਾਡਾ ਮਜ਼ਹਬ ਉੱਤਮ ਹੈ ਕਿ ਮੇਰਾ ਮਜ਼ਹਬ ਉੱਤਮ ਹੈ? ਸ਼੍ਰੀ ਹਜ਼ੂਰ ਨੇ ਆਖਿਆ, ਤੁਮਕੋ ਤੁਮਾਰਾ ਖੂਬ, ਹਮਕੋ ਹਮਾਰਾ ਖੂਬ। ਇਸ ਉੱਤਰ ਦੇ ਪਿੱਛੇ ਮਹਾਰਾਜ ਦਾ ਭਾਵ ਕੀ ਸੀ? ਅਮਲ ਸਭ ਤੋਂ ਉੱਚਾ ਹੁੰਦਾ। ਜੇ ਤੂੰ ਕਮਾਇਆ ਨਹੀਂ, ਜੇ ਤੂੰ ਕਮਾਇਆ ਤੇ ਤੇਰਾ ਵੀ ਖੂਬ ਹੈ। ਜੇ ਤੇਰੀ ਜ਼ਿੰਦਗੀ ਦੇ ਅੰਦਰ ਅੱਲਾਹ ਦੀ ਬਖਸ਼ਿਸ਼ ਹੈ, ਰਹਿਮਤ ਹੈ, ਜੇ ਤੂੰ ਅੱਲਾਹ ਪਾਕ ਨੂੰ ਕੁੱਲ ਮਖਲੂਕ ਵਿੱਚ ਮੰਨਦਾ ਹੈ, ਜੇ ਸੱਚਮੁੱਚ ਤੇਰੇ ਅੰਦਰ ਕੋਈ ਇਹ ਕਣੀ ਹੈ ਆਤਮਿਕ ਜੀਵਨ ਦੀ, ਤੇ ਤੇਰਾ ਵੀ ਖੂਬ ਹੈ, ਫਿਰ ਸਾਡਾ ਵੀ ਖੂਬ ਹੈ। ਫਿਰ ਤੈਨੂੰ ਦੂਜਾਈ ਨਹੀਂ ਲੱਗੇਗੀ। ਤੂੰ ਇਸ ਕਰਕੇ ਕਿਸੇ ਨੂੰ ਦੂਜਾ ਨਹੀਂ ਸਮਝੇਗਾ ਵੀ ਉਹ ਮੇਰੀ ਬੋਲੀ ਨਹੀਂ ਬੋਲਦਾ, ਮੇਰੀ ਪਹਿਰਾਵਾ, ਮੇਰੇ ਵਰਗਾ ਪਹਿਰਾਵਾ ਨਹੀਂ ਪਹਿਨਦਾ, ਮੇਰੇ ਵਾਲੇ ਮਜ਼ਹਬ 'ਚ ਪੈਦਾ ਨਹੀਂ ਹੋਇਆ। ਉਹ ਜਿਹੜੀਆਂ ਸਾਂਝਾਂ ਨੇ ਉਹ ਅਦੁੱਤੀ ਤੇ ਆਤਮਕ ਸਾਂਝਾਂ। ਜਿਵੇਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸਾਂਝ ਭਾਈ ਮਰਦਾਨਾ ਜੀ ਨਾਲ, ਸਾਈਂ ਮੀਆਂ ਮੀਰ ਦੀ ਸਾਂਝ ਧੰਨ ਗੁਰੂ ਅਰਜਨ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਾਲ, ਪੀਰ ਬੁੱਧੂ ਸ਼ਾਹ ਜੀ ਦੀ, ਗਨੀ ਖਾਂ ਨਬੀ ਖਾਂ ਜੀ ਦੀ, ਭਾਈ ਨਿਹੰਗ ਖਾਂ ਦੀ, ਭੀਖਣ ਖਾਂ ਫਕੀਰ ਦੀ ਗੁਰੂ ਦਰਬਾਰ ਨਾਲ। ਬਹੁਤ ਉਦਾਹਰਨਾਂ ਨੇ ਸਾਡੇ ਸਾਹਮਣੇ। ਤੋ ਸਤਿਗੁਰੂ ਮਹਾਰਾਜ ਨੇ ਇਹ ਭਰਮ ਸੰਸਾਰ ਦੇ ਜੀਵਨ ਦਾ ਖੰਡਿਤ ਕੀਤਾ। ਇਹ ਤਦੋਂ ਹੀ ਹੋ ਇਸ ਐਸਾ ਉੱਚੇ ਲੈਵਲ ਦਾ ਜਿਹੜਾ ਅਧਿਆਤਮਕ ਸਪਿਰਚੁਅਲ ਜਿਹੜਾ ਜੀਵਨ ਲਾਈਫ ਹੈ ਜਿਹੜੀ, ਉਹ ਵਲਗਣ ਵਿੱਚੋਂ ਬਾਹਰ ਨਿਕਲ ਕੇ ਹੀ ਪ੍ਰਾਪਤ ਹੁੰਦੀ ਹੈ। ਤੇ ਉਹ ਵਲਗਣ ਹੈ ਹਉਮੈ ਦੀ, ਮੈਂ ਕੁਝ ਹਾਂ, ਮੈਂ ਹੀ ਹਾਂ ਬਸ, ਸਵਾਰਥ ਦੀ, ਇਹ ਮੇਰਾ ਹੈ ਤੇ ਮੇਰਾ ਹੀ ਸਭ ਤੋਂ ਉੱਤਮ ਹੈ। ਸਵਾਰਥ ਤੇ ਹਉਮੈ ਤੋਂ ਮੈਂ ਇਕੱਠੇ ਆਪਸ ਵਿੱਚ ਜੋਟੀ ਪਾ ਕੇ ਤੁਰਦੇ ਨੇ। ਤੋ ਸ਼੍ਰੀ ਹਜ਼ੂਰ ਮਹਾਰਾਜ ਬਖਸ਼ਿਸ਼ ਕਰਦੇ ਨੇ
ਆਪਨ ਦਿਓ ਦੇਹੁਰਾ ਆਪਨ ਆਪ ਲਗਾਵੇ ਪੂਜਾ। ਭਗਤ ਸਾਹਿਬ ਜੀ ਫਰਮਾਉਂਦੇ, ਕਹਿੰਦੇ ਹੇ ਮੇਰੇ ਮਾਲਕ, ਤੂੰ ਮੇਰੇ ਲਈ ਆਪ ਹੀ ਆਪ ਦੇਵਤ, ਤੇਰੇ ਤੋਂ ਵੱਡਾ ਦੇਵਤਾ ਕਿਹੜਾ ਹੋ ਸਕਦਾ? ਦੁਨੀਆ ਤਾਂ ਭੁੱਲੀ ਭਟਕੀ ਕੁਦਰਤੀ ਸ਼ਕਤੀਆਂ ਦੀ ਪੂਜਾ ਕਰਦੀ। ਮੇਰਾ ਮੰਨਣਾ ਹੈ ਤੂੰ ਆਪ ਹੀ ਸਭ ਤੋਂ ਵੱਡਾ ਦੇਵਤਾ ਹੈ, ਤੂੰ ਹੀ ਖੁਦ ਸਭ ਤੋਂ ਵੱਡਾ ਮੰਦਰ ਹੈ। ਤੇ ਜਿੱਥੇ ਦੇਵਤਾ ਹੋਵੇ ਮੰਦਰ ਉੱਥੇ ਹੀ ਹੁੰਦਾ ਹੈ ਨਾ ਜੀ। ਇੱਥੇ ਕਿਹਾ ਆਪਨ ਦਿਓ, ਤੂੰ ਆਪ ਹੀ ਸਭ ਤੋਂ ਵੱਡਾ ਦੇਵਤਾ ਹੈ। ਤੇ ਫਿਰ ਇਹ ਜਿਹੜਾ ਆਪਨ ਦਿਓ ਹੈ, ਜਿਹੜਾ ਪਰਮੇਸ਼ਰ ਦੇਵਤਾ ਰਹਿੰਦਾ ਕਿੱਥੇ ਹੈ? ਇਹ ਜਗ ਸੱਚਾ ਕੀ ਹੈ? ਕੋਠੜੀ। ਤੇ ਜਗਤ ਹੀ ਉਹਦਾ ਮੰਦਰ ਨਾ ਹੋਇਆ? ਇਹ ਜਗਤ ਦਾ ਮੰਦਰ ਵੀ ਤੇਰਾ ਹੈ ਤੇ ਤੇਰਾ ਹੀ ਹੈ। ਆਪ ਲਗਾਵੇ ਪੂਜਾ। ਮੈਨੂੰ ਕੋਈ ਕਰਮ ਕਾਂਡੀ 4 ਚੀਜ਼ਾਂ ਲੈ ਕੇ ਇਸ ਤਰ੍ਹਾਂ ਤੇਰੀ ਪੂਜਾ ਨਹੀਂ ਕਰਨੀ ਪੈਂਦੀ। ਤੇਰੀ ਤੂੰ ਆਪ ਹੀ ਆਪਣੀ ਪੂਜਾ ਹੈ। ਤੇਰੀ ਪੂਜਾ ਤੂੰ ਖੁਦ ਹੀ ਕਰਦਾ ਹੈ। ਸਾਰੀ ਪ੍ਰਕਿਰਤੀ ਤੇਰੇ ਹੁਕਮ ਵਿੱਚ ਰਚਿਆ ਹੋਇਆ ਪਸਾਰਾ ਹੀ ਤੈਨੂੰ ਸਮਰਪਿਤ ਹੋ ਕੇ ਤੇਰੀ ਇਬਾਦਤ ਵਿੱਚ ਹੈ, ਤੇਰੇ ਹੁਕਮ ਵਿੱਚ ਹੈ, ਤੇਰੇ ਚਰਨਾਂ ਵਿੱਚ ਹੈ। ਕਿਉਂਕਿ ਜਲ ਤੇ ਤਰੰਗ, ਤਰੰਗ ਤੇ ਹੈ ਜਲ, ਕਹਿਨ ਸੁਣਨ ਕਉ ਦੂਜਾ। ਪਾਣੀ ਤੋਂ ਹੀ ਲਹਿਰ ਪਾਣੀ ਦੀ ਉੱਠਦੀ, ਛਲ ਉੱਠਦੀ ਹੈ, ਤੇ ਛਲ ਪਾਣੀ ਦਾ ਹੀ ਰੂਪ ਹੁੰਦੀ ਹੈ। ਉਹ ਦੋਵੇਂ ਇੱਕੋ ਹੀ ਹੁੰਦੇ ਨੇ। ਪਾਣੀ ਹੀ ਹੁੰਦਾ ਜਿਹੜਾ ਉਛਾਲਾ ਖਾ ਲੈਂਦਾ ਤੇ ਟਿਕਿਆ ਰਹਿੰਦਾ। ਉਛਲਿਆ ਪਾਣੀ ਫਿਰ ਬਾਕੀ ਦੇ ਪਾਣੀ ਵਿੱਚ ਹੀ ਜਾ ਰਲਦਾ ਹੈ। ਕਹਿਣ ਸੁਣਨ ਕਉ ਦੂਜਾ, ਬਸ ਕਹਿਣ ਵਾਸਤੇ ਤੇ ਸੁਣਨ ਵਾਸਤੇ ਹੀ ਆਪਾਂ ਇਹ ਸ਼ਬਦ ਵਰਤਦੇ ਹਾਂ ਵੀ ਇਹ ਪਾਣੀ ਹੈ, ਇਹ ਪਾਣੀ ਦੀ ਲਹਿਰ ਹੈ। ਨਾਂ ਦੋ ਰੱਖ ਲਏ ਨੇ, ਚੀਜ਼ ਤੇ ਇੱਕੋ ਹੀ, ਗੱਲ ਤੇ ਇੱਕੋ ਹੀ ਹੈ। ਪਾਣੀ ਤੇ ਪਾਣੀ ਦੀ ਲਹਿਰ ਵੱਖਰੀਆਂ ਵੱਖਰੀਆਂ ਚੀਜ਼ਾਂ ਥੋੜੀ ਨਾ। ਆਪਹਿ ਗਾਵੈ ਆਪਹਿ ਨਾਚੈ ਆਪ ਬਜਾਵੈ ਤੂਰਾ। ਹੇ ਵਾਹਿਗੁਰੂ, ਇਹ ਹੁਕਮ ਦਾ ਗੀਤ ਗਾਉਣ ਵਾਲਾ ਵੀ ਤੂੰ ਆਪ ਹੈ। ਸਾਰੀ ਕੁਦਰਤ ਵਿੱਚ ਤੇਰੇ ਹੁਕਮ ਦੀ ਪੂਰਤੀ ਹੋ ਰਹੀ ਹੈ। ਗਾਵੇ ਦਾ ਮਤਲਬ ਪਤਾ ਕੀ ਹੁੰਦਾ ਹੈ? ਜਦੋਂ ਗਾਉਣ ਵਾਲਾ ਕੋਈ ਗਾਉਂਦਾ ਹੈ, ਮੰਨ ਲਓ ਭਾਈ ਸਾਹਿਬ ਕੀਰਤਨ ਕਰ ਰਹੇ ਸਨ, ਤੇ ਗਾਉਣਾ ਜਿਹੜਾ ਹੈ, ਆਪਾਂ ਆਮ ਤੌਰ ਤੇ ਤਾਂ ਕਹਿ ਦੇਣੇ ਨਾ ਵੀ ਇਹ ਕਿਤੇ ਕਿੱਡਾ ਔਖਾ ਹੋਣਾ, ਭਾਈ ਸਾਜ਼ ਲੈ ਕੇ ਬੈਠਦੇ ਨੇ ਤਾਂ ਗਾਉਂਦੇ ਨੇ। ਪਰ ਆਪਾਂ ਨੂੰ ਇਹ ਨਹੀਂ ਨਾ ਪਤਾ ਹੁੰਦਾ ਵੀ ਸੁਰ ਦੇ ਅਭਿਆਸ ਦੇ ਉੱਤੇ ਜ਼ਿੰਦਗੀ ਦਾ ਕਿੰਨਾ ਸਮਾਂ, ਵਕਤ, એનર્ਜੀ, ਤਾਕਤ, ਸਮਝ ਲੱਗਦੀ ਹੈ। ਜਿਹਨੇ ਸੱਚਮੁੱਚ ਗਾਉਣਾ ਹੈ, ਜਿਹਨੇ ਡੰਗ ਪੂਰਾ ਕਰਨਾ, ਉਹਦੀ ਗੱਲ ਮੈਂ ਨਹੀਂ ਕਰਦਾ। ਹੁਣ ਤਾਂ ਥਾਲੀ ਵੀ ਫੜਾ ਦਿਓ, ਖੜਕਾ ਲਏਗਾ ਉਹ। ਜਿਹਨੇ ਗਾਉਣਾ ਹੈ ਉਹਦਾ ਗਾਉਣਾ ਸੁਰ ਤੋਂ ਬਿਨਾਂ ਨਹੀਂ। ਉਹਦੇ ਲਈ ਸੁਰ ਦਾ ਅਭਿਆਸ, ਮਿਹਨਤ, ਮਸ਼ੱਕਤ ਹੈ ਉਹਦੇ ਪਿੱਛੇ, ਉਹਦਾ ਸਟਰਗਲ ਹੈ, ਉਹਦੀ ਕਮਾਈ ਹੈ। ਹੁਣ ਗਾਉਣ ਦਾ ਮਤਲਬ ਹੁੰਦਾ ਵੀ ਸੁਰ ਨਾਲ, ਤਾਲ ਨਾਲ ਤੁਹਾਡੀ ਇੱਕ ਸੁਰਤਾ ਹੈ। ਇੱਕ ਸੁਰਤਾ, ਉਸ ਇੱਕ ਸੁਰਤਾ ਦੇ ਵਿੱਚੋਂ ਕੁਝ ਕਥਿਆ ਜਾ ਰਿਹਾ। ਆਪਣੇ ਆਪ ਨੂੰ ਦੂਜਿਆਂ ਦੇ ਨਾਲ ਰਲਾ ਕੇ ਚੱਲਣਾ। ਹੁਣ ਗਾਉਣ ਦਾ ਅਰਥ ਹੈ ਇੱਕ ਸੁਰਤਾ। ਹੇ ਵਾਹਿਗੁਰੂ, ਸਾਰੀ ਕੁਦਰਤ ਜਿਹੜੀ ਹੈ ਤੂੰ ਇਹਦੇ ਵਿੱਚ ਗਾ ਰਿਹਾ, ਇਹਦਾ ਮਤਲਬ ਤੂੰ ਸਾਰੀ ਪ੍ਰਕਿਰਤੀ ਵਿੱਚ ਇੱਕ ਸੁਰ ਹੈ, ਵੱਖਰਾ ਨਹੀਂ ਹੈ। ਇਹ ਨਹੀਂ ਵੀ ਤੇਰਾ ਤਾਲ ਹੋਰ ਪਾਸੇ ਜਾਂਦਾ ਤੇ ਸੁਰ ਹੋਰ ਪਾਸੇ ਜਾਂਦੇ। ਇਹਨੂੰ ਤੁਸੀਂ ਗਾਉਣਾ ਥੋੜੀ ਕਹੋਗੇ। ਇਹ ਗਾਉਣਾ ਥੋੜੀ ਹੈ ਵੀ ਸੁਰ ਕੋਈ ਹੈ ਤੇ ਤਾਲ ਕੋਈ ਹੈ। ਹੁਣ ਜਿਸ ਨੂੰ ਸੰਗੀਤ ਦੀ ਸਮਝ ਨਾ ਹੋਵੇ, ਉਹਨੂੰ ਵੀ ਪਤਾ ਲੱਗ ਜਾਂਦਾ ਵੀ ਕੀ ਗੱਲ ਉਖੜਿਆ ਉਖੜਿਆ ਜਾਂ ਚੱਲ ਰਿਹਾ ਸਾਰਾ ਕੁਝ। ਐਸਾ ਨਹੀਂ ਵੀ ਜਿਹਨੇ ਸੰਗੀਤ ਨੂੰ ਜਾਣਿਆ ਨਹੀਂ, ਉਹਨੂੰ ਸੁਣਾਈ ਵੀ ਨਹੀਂ ਦਿੰਦਾ, ਉਹਨੂੰ ਸਮਝ ਨਹੀਂ ਪੈਂਦੀ ਵੀ ਹੋ ਕੀ ਰਿਹਾ। ਤਾਂ ਇਸ ਵਾਸਤੇ ਜਿਹੜੀ ਇੱਕ ਸੁਰਤਾ ਉਹੀ ਸੰਗੀਤ ਹੈ। ਸੰਗੀਤ ਦਾ ਮਤਲਬ ਇੱਕ ਸੁਰਤਾ ਹੈ, ਗਾਉਣ ਦਾ ਮਤਲਬ ਇੱਕ ਸੁਰਤਾ ਹੈ। ਤੇ ਜਦੋਂ ਭਗਤ ਜੀ ਕਹਿੰਦੇ ਵਾਹਿਗੁਰੂ ਤੂੰ ਗਾ ਰਿਹਾ, ਇਹਦਾ ਮਤਲਬ ਹੈ ਤੂੰ ਆਪਣੀ ਪ੍ਰਕਿਰਤੀ ਵਿੱਚ, ਕੁਦਰਤ ਵਿੱਚ ਇੱਕ ਸੁਰ ਹੈ, ਉਸ ਤੋਂ ਬਿਲਕੁਲ ਵੀ ਖੱਬੇ ਸੱਜੇ ਵੱਖਰਾ ਨਹੀਂ। ਫਿਰ ਫਰਮਾਉਂਦੇ ਨੇ ਆਪੈ ਨਾਚੈ, ਤੂੰ ਆਪ ਹੀ ਨੱਚਦਾ। ਨੱਚਣਾ ਕੀ ਹੁੰਦਾ ਜੀ? ਬੰਦਾ ਜਦੋਂ ਨੱਚਦਾ ਤੇ ਚਾਅ ਵਿੱਚ ਹੀ ਨੱਚਦਾ ਨਾ, ਖੁਸ਼ੀ ਵਿੱਚ ਹੀ ਨੱਚਦਾ, ਹੁਲਾਰੇ ਵਿੱਚ ਹੀ ਨੱਚਦਾ। ਹੇ ਵਾਹਿਗੁਰੂ, ਸਾਰੀ ਕੁਦਰਤ ਵਿੱਚ ਤੂੰ ਚੋਜ ਤੇ ਤਮਾਸ਼ੇ ਕਰ ਰਿਹਾ ਹੈ, ਔਰ ਇਹ ਸਾਰਾ ਤੇਰੀ ਆਨੰਦ ਦੀ ਖੇਡ ਹੈ, ਤੇਰੀ ਖੁਸ਼ੀ ਤੇ ਤੇਰੇ ਉਤਸ਼ਾਹ ਦੀ ਖੇਡ ਹੈ ਕੁਦਰਤ। ਇਹ ਤੂੰ ਗੁੱਸੇ ਚੋਂ ਪੈਦਾ ਨਹੀਂ ਕੀਤੀ, ਉਤਸ਼ਾਹ ਚੋਂ ਪੈਦਾ ਕੀਤੀ। ਆਪ ਬਜਾਵੇ ਤੂਰਾ, ਸਾਜੀ ਵੀ ਤੂੰ ਆਪ ਹੀ ਹੈ।
ਹੁਕਮ ਦਾ ਸਾਜ਼ ਹੈ ਨਾ ਜਿਹੜਾ ਤੇਰਾ ਹੁਕਮ, ਜਿਸ ਨੂੰ ਬਾਣੀ ਨੇ ਕਿਹਾ ਅਨਹੱਤਾ ਸ਼ਬਦ ਵਾ ਜੰਤ ਭੇਰੀ, ਇੱਥੇ ਤੂਰਾ ਦਾ ਮਤਲਬ ਨਰਸਿੰਘਾ ਵਜਣਾ। ਤੇਰੇ ਹੁਕਮ ਦਾ ਨਾ ਮੁੱਕਣ ਵਾਲਾ ਲਗਾਤਾਰ ਭੇਰੀ ਰੂਪ ਸਾਜ ਵੱਜ ਰਿਹਾ, ਜਿਸ ਨੂੰ ਭਗਤ ਨਾਮਦੇਵ ਸਾਹਿਬ ਦਾ ਆਪਾਂ ਸ਼ਬਦ ਵਿਚਾਰਿਆ, ਉਹ ਕਹਿੰਦੇ ਨੇ ਧੰਨ ਧੰਨੋ ਰਾਮ ਬੇਨ ਵਾਜੈ। ਸਰਵ ਵਿਆਪਕ ਵਾਹਿਗੁਰੂ ਦੀ ਹੁਕਮ ਰੂਪ ਬੰਸਰੀ ਵੱਜ ਰਹੀ ਹੈ ਲਗਾਤਾਰ। ਫਿਰ ਫਰਮਾਉਂਦੇ ਨੇ ਕਹਿਤ ਨਾਮ ਦਿਓ, ਇਹ ਨਾਮ ਦਿਓ ਆਖ ਕਹਿ ਤੂੰ ਮੇਰੋ ਠਾਕੁਰ, हे ਪਰਮੇਸ਼ਰ ਤੂੰ ਮੇਰਾ ਮਾਲਕ ਹੈ, ਮੇਰਾ ਸਿਰਜਣਹਾਰ ਦਾਤਾਰ ਹੈ, ਮੈਂ ਤੇਰੀ ਰਿਆਇਆ ਹਾਂ, ਤੇਰਾ ਹੁਕਮ ਮੇਰੇ ਉੱਤੇ ਲਾਗੂ ਹੈ। ਜਨ ਊਰਾ ਤੂੰ ਪੂਰਾ, ਮੈਂ ਅਧੂਰਾ ਹਾਂ, ਮੈਂ ਬਹੁਤ ਕਮੀਆਂ ਵਾਲਾ ਹਾਂ, ਮੇਰੇ 'ਚ ਬਹੁਤ ਐਬ ਹੋਣਗੇ, ਮੇਰੇ 'ਚ ਬਹੁਤ ਕਮੀਆਂ ਹੋਣਗੀਆਂ, ਤੇ ਤੂੰ ਮੁਕੰਮਲ ਹੈ। ਭਰੇ ਭਰਪੂਰ ਉਹਨੂੰ ਕਿਹਾ ਮੁਕੰਮਲ। ਮਲੈ ਨਾ ਲਾਂਛੋ ਪਾਰ ਮਲੋ ਪਰਮਲਿਓ ਬੈਠੋ ਰੀ ਆਈ, ਭਗਤ ਜੀ ਦਾ ਹੀ ਸ਼ਬਦ ਹੈ, ਵਿਚਾਰਿਆ ਆਪਾਂ। ਆਵਤ ਕਿਨੇ ਨਾ ਪੇਖਿਓ ਕਵਨੈ ਜਾਣੈ ਰੀ ਮਾਈ, ਤੇਰੇ 'ਚ ਮੈਲ ਨਹੀਂ, ਤੇਰੇ 'ਚ ਕੋਈ ਦਾਗ ਨਹੀਂ, ਲਾਂਛਨ ਆਪਾਂ ਕਿਨੇ ਐਬ ਕੋਈ ਨਹੀਂ, ਤੂੰ ਪਵਿੱਤਰ ਹੈ, ਤੂੰ ਮੁਕੰਮਲ ਹੈ। ਹਾਂ ਮੈਂ ਤੇਰਾ, ਮੇਰੇ 'ਚ ਐਬ ਨੇ, ਮੇਰੇ 'ਚ ਕਮੀਆਂ ਨੇ, ਉਹਨਾਂ ਕਮੀਆਂ ਕਰਕੇ ਹੀ ਮੈਨੂੰ ਆਪਣਾ ਆਪ ਤੇਰੇ ਤੋਂ ਵੱਖਰਾ ਲੱਗਦਾ ਹੈ। ਪਰ ਜਦੋਂ ਮੈਂ ਤੇਰੇ ਮੁਕੰਮਲ ਹਸਤੀ ਵੱਲ ਤੇਰਾ ਅਹਿਸਾਸ ਕਰਦਾ ਹਾਂ ਤਾਂ ਮੈਨੂੰ ਲੱਗਦਾ ਤੂੰ ਮੇਰੇ ਤੋਂ ਵੱਖਰਾ ਨਹੀਂ, ਤੇ ਇਹ ਖਿਆਲ ਮੇਰੇ ਅੰਦਰ ਤੇਰੀ ਕਿਰਪਾ ਨਾਲ ਪ੍ਰਪੱਕ ਹੋ ਗਿਆ। ਸਾਹਿਬ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਬਖਸ਼ਣ। ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।